ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 21 ਮਾਰਚ 2014 8 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਪਿਛਲੇ ਲਗਭਗ 2 ਦਿਨ ਤੋਂ ਜਿਹੜੀ ਖਬਰ ਇਸ ਵੇਲੇ ਮੀਡੀਆ ਦੇ ਵਿੱਚ ਕੁਝ ਹੱਦ ਤੱਕ BBC ਦੂਸਰੇ 'ਤੇ ਵੀ ਕਾਫੀ ਪ੍ਰੋਮੀਨੈਂਸ ਦੇ ਨਾਲ ਚੱਲ ਰਹੀ ਹੈ, ਉਹ ਹੈ ਕਿ 99 ਸਾਲਾ ਪੱਤਰਕਾਰ ਰਾਈਟਰ ਜੀ ਖੁਸ਼ਵੰਤ ਸਿੰਘ ਦਾ ਚਲਾਣ। ਜੀ ਬਹੁਤ ਸਾਰੇ ਆਸਪੈਕਟਸ ਤੋਂ ਖੁਸ਼ਵੰਤ ਸਿੰਘ ਹੋਰਾਂ ਦੀ ਜ਼ਿੰਦਗੀ ਬਾਰੇ ਅੱਡ ਲੋਕਾਂ ਨੇ ਕਿਹਾ, ਉਹਨਾਂ ਦੇ ਪੁਰਾਣੇ ਇੰਟਰਵਿਊ ਵੀ ਛਾਪੇ ਨੇ। ਜੀ ਉਹਨਾਂ ਦੇ ਵਿੱਚ ਉਹਨਾਂ ਬਾਰੇ ਕਹਿਣ ਵਾਲਿਆਂ 'ਚ ਇਤਿਹਾਸਕਾਰ ਵੀ ਨੇ, ਲਿਖਾਰੀ ਵੀ ਨੇ, ਪੋਲੀਟੀਸ਼ੀਅਨ ਵੀ ਨੇ, ਪੱਤਰਕਾਰ ਵੀ ਨੇ। ਜੀ ਅਤੇ ਸ਼ਾਇਦ ਇਹਨਾਂ ਤੋਂ ਬਿਨਾਂ ਜਿੰਨਾ ਕੁਛ ਖੁਸ਼ਵੰਤ ਸਿੰਘ ਨੇ ਆਪਣੀ ਜ਼ਿੰਦਗੀ 'ਚ ਖਾਸ ਕਰਕੇ ਅਖੀਰਲੇ 5-7-10 ਸਾਲਾਂ 'ਚ ਆਪਣੀ ਪਹੁੰਚ ਜਿਹੜੀ ਸੀ ਅੱਡ ਵਿਸ਼ਿਆਂ ਬਾਰੇ ਕੀ ਹੈ, ਧਰਮ ਬਾਰੇ ਕੀ ਹੈ, ਕਿਸੇ ਹੱਦ ਤੱਕ ਉਹ ਭਾਰਤ ਬਾਰੇ ਕਿਵੇਂ ਸੋਚਦਾ ਹੈ, ਕੁੱਲ ਦੁਨੀਆ ਬਾਰੇ ਉਹਦੀ ਜਿਹੜੀ ਹੈ ਅੱਡ ਇਸ਼ੂਜ਼ 'ਤੇ ਅਮਰੀਕਾ, ਰਸ਼ੀਆ, ਉਹਨੇ ਆਪ ਹੀ ਬਹੁਤ ਕੁਛ ਕਿਹਾ। ਇਸ ਲਈ ਜਿਹੜਾ ਕੁਛ ਹੁਣ ਕਿਹਾ ਜਾ ਰਿਹਾ ਉਹ ਬਹੁਤ ਵਾਰੀ ਉਸ ਦਾ ਇਹਨੇ ਵੇ ਰੈਪੀਟੀਸ਼ਨ ਹੀ ਹੈ। ਜੀ ਸ਼ਾਇਦ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਲੱਗੇ ਕਿ ਮੈਂ ਖੁਸ਼ਵੰਤ ਸਿੰਘ ਹੋਰਾਂ ਨੂੰ ਜਾਂ ਉਹਨਾਂ ਦੇ ਚਲਾਣੇ ਦੀ ਖਬਰ ਨੂੰ ਅਹਿਮ ਮੁੱਦੇ ਵਜੋਂ ਕਿਉਂ ਚੁਣਿਆ। ਜੀ ਕਿਉਂਕਿ ਸਾਡਾ ਉਹਨਾਂ ਦੇ ਨਾਲ ਜਿਸ ਕਿਸਮ ਦਾ ਸਿੱਖ ਨੁਕਤਾ ਨਿਗਾਹ ਤੋਂ ਔਰ ਖਾਲਿਸਤਾਨੀ ਨੁਕਤਾ ਨਿਗਾਹ ਤੋਂ ਉਹਨਾਂ ਪ੍ਰਤੀ ਸਾਡੀ ਪਹੁੰਚ ਰਹੀ ਹੈ, ਜ਼ਾਹਰ ਹੈ ਕਿ ਅਸੀਂ ਉਸ ਥਾਟ ਨੂੰ ਹੀ ਕੇਂਦਰ 'ਚ ਰੱਖ ਕੇ ਗੱਲਬਾਤ ਕਰਾਂਗੇ। ਹਾਲਾਂਕਿ ਬਹੁਤ ਵਾਰੇ ਕਿਹਾ ਜਾਂਦਾ ਹੈ ਵੀ ਜਿਹੜਾ ਬੰਦਾ ਦੁਨੀਆ ਤੋਂ ਚਲਾ ਜਾਂਦਾ ਹੈ ਉਸ ਬਾਰੇ ਤੁਸੀਂ ਕੋਈ ਵੀ ਕਮਜ਼ੋਰ ਗੱਲ ਨਹੀਂ ਕਹਿੰਦੇ, ਪਰ ਹੁਣ ਕਿਉਂਕਿ 4 ਚੁਫੇਰੇ ਇੱਕ ਇਸ ਕਿਸਮ ਦਾ ਕਲਚਰ ਵੀ ਬਣ ਗਿਆ ਹੈ ਕਿ ਜਦੋਂ ਬੰਦਾ ਚਲਾ ਜਾਂਦਾ ਇੱਕ ਖਾਸ ਕਿਸਮ ਦੇ ਲੋਕ, ਖਾਸ ਕਿਸਮ ਦੇ ਲਿਖਾਰੀ, ਖਾਸ ਕਿਸਮ ਦੀ ਕਰਾਊਡ ਜਿਹੜੀ ਹੈ ਉਸ ਦੇ ਇਸ ਕਿਸਮ ਦੇ ਹੀ ਗੁਣਗਾਇਨ ਕਰਦੀ ਹੈ ਕਿ ਜਿਹੜੇ ਪੱਖ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਆਪਣੇ ਲੋਕਾਂ ਪ੍ਰਤੀ, ਆਪਣੇ ਜਿਨ੍ਹਾਂ ਵੈਲਿਊਜ਼ ਲਈ ਕਦੇ ਉਹਨਾਂ ਦਾ ਇੱਕ ਵਿਊ ਪੁਆਇੰਟ ਹੁੰਦਾ ਹੈ, ਫਿਰ ਆਲ ਟੂਗੈਦਰ ਉਹ ਯੂ ਟਰਨ ਮਾਰਦੇ ਨੇ, ਉਹਨਾਂ ਨੂੰ ਇਗਨੋਰ ਕਰਕੇ ਸਿਰਫ ਪ੍ਰਸ਼ੰਸਾ ਤੇ ਪ੍ਰਸ਼ੰਸਾ ਇਹੀ ਗੱਲ ਹੋ ਰਹੀ ਹੁੰਦੀ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਖੁਸ਼ਵੰਤ ਸਿੰਘ ਨੇ ਇੱਕ ਖੁਸ਼ਹਾਲ 99 ਸਾਲ ਦੀ ਭਰਪੂਰ ਜ਼ਿੰਦਗੀ ਜੀਵੀ। ਜੀ ਉਸ ਨੇ ਸ਼ੌਹਰਤ ਦੀਆਂ ਵੀ ਬੁਲੰਦੀਆਂ ਛੂਹੀਆਂ। ਇੱਕ ਸਟੇਜ ਇਹ ਵੀ ਆਈ ਕਿ ਉਹ ਮੋਸਟ ਹੇਟਡ ਮੈਨ ਵੀ ਬਣਿਆ, ਕਿਉਂਕਿ ਉਹਦੇ ਆਪਣੇ ਕਹਿਣ ਮੁਤਾਬਕ ਹੀ ਹੈ ਕਿ ਜਦੋਂ ਜੂਨ 84 ਦੇ ਘੱਲੂਘਾਰੇ ਦੇ ਦੌਰਾਨ ਉਸ ਨੇ ਆਪਣਾ ਜਿਹੜਾ ਉਸ ਨੂੰ ਉਸ ਤੋਂ ਪਹਿਲਾਂ ਆਨਰ ਮਿਲਿਆ ਸੀ ਰਾਸ਼ਟਰਪਤੀ ਵੱਲੋਂ ਪਦਮ ਭੂਸ਼ਣ, ਉਹਨੇ ਉਹ ਵਾਪਸ ਕੀਤਾ ਇਨ ਪ੍ਰੋਟੈਸਟ ਕਿ ਫੌਜ ਨੇ ਜਿਹੜਾ ਉਹ ਹਮਲਾ ਕੀਤਾ ਹਰਿਮੰਦਰ ਸਾਹਿਬ 'ਤੇ। ਸੋ ਉਹਦੇ ਆਪਣੇ ਕਹਿਣ ਮੁਤਾਬਕ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਚਿੱਠੀਆਂ, ਹੀਟ ਮੇਲਸ ਆਈਆਂ, ਧਮਕੀਆਂ ਵਾਲੇ ਫੋਨ ਆਏ, ਔਰ ਇੱਕ ਹੋਰ ਜਿਹੜੀ ਗੱਲ ਮੈਂ ਕਹਿ ਨਹੀਂ ਸਕਦਾ ਕਿ ਕਿਵੇਂ ਉਸ ਨੂੰ ਇਨਸਲਟ ਕੀਤਾ ਗਿਆ। ਸੋ ਜ਼ਾਹਰ ਹੈ ਕਿ ਉਹ ਪੱਖ ਨੇ ਉਹਨੂੰ, ਬੇਸ਼ੱਕ ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਉਸ ਪੀਰੀਅਡ 'ਚ ਖੁਸ਼ਵੰਤ ਸਿੰਘ ਦੇ ਪਦਮ ਭੂਸ਼ਣ ਛੱਡਣ ਨੇ ਇਸ ਇਸ਼ੂ ਨੂੰ ਵੀ ਹਾਈਲਾਈਟ ਕੀਤਾ ਔਰ ਉਹਨੇ ਇੱਕ ਚੰਗਾ ਸਟੈਪ ਲਿਆ। ਪਰ ਫਿਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਜਿਹੜੀ ਖੁਸ਼ਵੰਤ ਸਿੰਘ ਦੀ ਪਹੁੰਚ ਹੈ ਉਸ ਦੇ ਵਿੱਚ ਮੁਕੰਮਲ ਯੂ ਟਰਨ ਵੱਜਦੀ ਹੈ। ਉਸ ਦਾ ਜ਼ਿਕਰ ਅਸੀਂ ਬਾਅਦ 'ਚ ਕਰਾਂਗੇ। ਪਹਿਲਾਂ ਮੂਲ ਤੌਰ ਦੇ ਉੱਤੇ ਖੁਸ਼ਵੰਤ ਸਿੰਘ ਨੇ ਦਰਜਨਾਂ ਕਿਤਾਬਾਂ ਲਿਖੀਆਂ, ਸ਼ਾਰਟ ਸਟੋਰੀਜ਼ ਲਿਖੇ, ਨਾਵਲ ਲਿਖੇ, ਔਰ ਜਿਸ ਗੱਲ ਦੇ ਲਈ ਉਹ ਹਮੇਸ਼ਾ, ਉਹਨੂੰ ਇਸ ਗੱਲ ਦਾ ਪਤਾ ਸੀ ਕਿ ਬਾਕੀ ਜੋ ਕੁਛ ਮੈਂ ਲਿਖ ਰਿਹਾ ਹਾਂ, ਕੋਈ ਕਾਲਮ ਲਿਖ ਰਿਹਾ, ਕਿਉਂਕਿ ਮੋਸਟ ਪੋਪੂਲਰ ਸਿੰਡੀਕੇਟਡ ਕਾਲਮਨਿਸਟ ਸੀ, ਇੱਕੋ ਵੇਲੇ 20-25 ਅਖਬਾਰਾਂ 'ਚ ਉਸ ਦੇ ਕਾਲਮ ਛਪਦੇ ਸੀ। ਸਭ ਤੋਂ ਪਹਿਲਾਂ ਪੱਤਰਕਾਰੀ ਦੀ ਦੁਨੀਆ 'ਚ ਉਹਨੇ ਜਿਹੜਾ ਉਸ ਦਾ ਨਾਮ ਬਣਿਆ ਜਦੋਂ ਕਿ ਉਹਨੇ ਇਲਸਟ੍ਰੇਟਡ ਵੀਕਲੀ ਆਫ ਇੰਡੀਆ, ਜਿਹੜੀ ਉਸ ਵੇਲੇ ਦੀ ਪ੍ਰਮੁੱਖ ਵੀਕਲੀ ਮੈਗਜ਼ੀਨ ਸੀ, ਹੁਣ ਤਾਂ ਇਹ ਬੰਦ ਹੋ ਚੁੱਕੀ ਹੈ, ਉਸ ਦੇ ਐਡੀਟਰ ਦੇ ਤੌਰ ਦੇ ਉੱਤੇ ਚਾਰਜ ਲਿਆ। ਔਰ ਉਹਦੇ 'ਚ ਜਿਹੜੇ ਉਸ ਦੇ ਕਾਲਮ ਜਿਹੜੇ ਨੇ ਕਿ ਉਸ ਦਾ ਕਾਲਮ ਦਾ ਨਾਂ ਹੀ ਸੀ ਵਿਦ ਮੈਲਿਸ ਟੂਵਰਡਸ ਵਨ ਐਂਡ ਆਲ, ਜਾਂ ਅਬਵ ਆਲ ਦੇ ਥੱਲੇ ਬਾਅਦ 'ਚ ਵੀ ਛਪਦੇ ਰਹੇ। ਉਹਦੇ 'ਚ ਇੱਕ ਰੌਸ਼ਨੀ ਦੇ ਬਲਬ ਦੇ ਵਿੱਚ ਉਹਦਾ ਛੋਟਾ ਜਿਹਾ ਮਿੰਨੀ ਇਮੇਜ ਹੁੰਦਾ ਸੀ ਪੱਗ ਦੇ ਨਾਲ,
ਜਿਹੜਾ ਕਿ ਉਸ ਦਾ ਇੱਕ ਲਗਭਗ ਇੱਕ ਸਾਈਨ ਹੀ ਬਣ ਗਿਆ ਸੀ ਜੀ। ਸੋ ਇਲਸਟ੍ਰੇਟਡ ਵੀਕਲੀ ਨੂੰ ਉਸ ਨੇ ਬੜੀਆਂ ਬੁਲੰਦੀਆਂ ਤੇ ਪਹੁੰਚਾਇਆ। ਫਿਰ ਬਾਅਦ ਦੇ ਵਿੱਚ ਹਿੰਦੁਸਤਾਨ ਟਾਈਮਜ਼, ਨੈਸ਼ਨਲ ਹੈਰਲਡ, ਇਸ ਕਿਸਮ ਦੀਆਂ ਅਖਬਾਰਾਂ ਦਾ ਵੀ ਉਹ ਐਡੀਟਰ ਹੈ। ਜੀ ਜੀ। ਜਿਹੜੀ ਗੱਲ ਨੇ ਉਹਨੂੰ ਇੰਗਲਿਸ਼ ਲਿਟਰੇਚਰ ਦੀ ਦੁਨੀਆ ਦੇ ਵਿੱਚ ਸ਼ਾਰਟ ਸਟੋਰੀ ਰਾਈਟਰ ਦੇ ਤੌਰ ਦੇ ਉੱਤੇ ਪਹਿਲਾਂ ਪਪੂਲਰ ਕੀਤਾ ਹੈ, ਉਹ ਉਹਦੀ ਇੱਕ ਕਹਾਣੀ ਸੀ ਦਾ ਮਾਰਕ ਆਫ ਵਿਸ਼ਨੂੰ ਜੀ। ਔਰ ਬਾਅਦ ਦੇ ਵਿੱਚ ਉਸੇ ਟਾਈਟਲ ਦੇ ਥੱਲੇ ਸ਼ਾਰਟ ਸਟੋਰੀਜ਼ ਦੀ ਕਿਤਾਬ ਵੀ ਛਪੀ ਔਰ ਜਿਹੜੀ ਉਸ ਦੀ ਲਿਖਤ ਨੇ ਅਲਟੀਮੇਟਲੀ ਉਸ ਦੇ ਉੱਤੇ ਫਿਲਮ ਵੀ ਬਣੀ, ਸ਼ਾਇਦ ਪਿੰਜਰ ਉਸ ਦਾ ਨਾਂ ਸੀ ਜੀ। ਉਹ ਉਸ ਦਾ ਨਾਵਲ ਜਿਹਨੇ ਉਹਨੂੰ ਸਾਰੇ ਸਬ ਕੰਟੀਨੈਂਟ ਦੇ ਵਿੱਚ ਹੀ ਮਸ਼ਹੂਰ ਕੀਤਾ, ਉਹ ਟ੍ਰੇਨ ਟੂ ਪਾਕਿਸਤਾਨ ਜੀ। ਉਹ 1947 ਦੇ ਦੌਰ ਨਾਲ ਸੰਬੰਧਿਤ ਸੀ ਕਿ ਕਿਵੇਂ ਦੋਨੋਂ ਪਾਸੇ ਇੱਕ ਪਾਗਲਪਨ ਦਾ ਵਿਖਾਵਾ ਸੀ ਔਰ ਕਿਵੇਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਲੋਕ ਮਾਈਗ੍ਰੇਟ ਕਰ ਰਹੇ ਸਨ ਔਰ ਉਸ ਪੀਰੀਅਡ ਦੇ ਵਿੱਚ ਵੀ ਜਦੋਂ ਇਨਸਾਨੀਅਤ ਇਉਂ ਜਾਪਦਾ ਸੀ ਕਿ ਉਸ ਖਿੱਤੇ 'ਚੋਂ ਖੰਭ ਲਾ ਕੇ ਉੱਡ ਗਈ ਹੈ, ਕਿਵੇਂ ਇਹਦੇ ਬਾਵਜੂਦ ਜਿਹੜੇ ਨੇ ਇੱਕ ਜਿਸ ਨੂੰ ਅਦਰਵਾਈਜ਼ ਸੁਸਾਇਟੀ ਨੇ ਮਾੜਾ ਬਣਾਇਆ ਸੀ, ਜੱਗਾ ਕਰਕੇ ਉਹਦਾ ਇੱਕ ਈਵਲ ਕਰੈਕਟਰ ਸੀ, ਕਿ ਉਹ ਕਿਵੇਂ ਉਸ ਵੇਲੇ ਲੋਕਾਂ ਦੇ ਰੈਸਕਿਊ ਤੇ ਆਂਦਾ ਹੈ ਔਰ ਉਹ ਇੱਕ ਭਲਾ ਇਨਸਾਨ ਸਾਬਤ ਹੁੰਦਾ। ਸੋ ਇਹ ਇੱਕ ਥੀਮ ਉਸ ਪੀਰੀਅਡ ਦੇ ਵਿੱਚ ਟ੍ਰੇਨ ਟੂ ਪਾਕਿਸਤਾਨ ਇਸ ਕਿਸਮ ਦਾ ਸੀ ਜਿਹਦੇ ਬਾਰੇ ਬਹੁਤੇ ਲੋਕ ਗੱਲ ਨਹੀਂ ਸੀ ਕਰਦੇ। ਜੀ। ਜਿਹੜੀ ਗੱਲ ਨੇ ਉਸ ਨੂੰ ਜਿਸ ਨੇ ਉਹ ਆਪ ਮੰਨਿਆ ਕਿ ਵੀ ਇਹ ਬਾਕੀ ਸਾਰੀਆਂ ਚੀਜ਼ਾਂ ਦੀ ਕੋਈ ਅਹਿਮੀਅਤ ਨਹੀਂ ਹੋਏਗੀ, ਜਿਹਦੇ ਲਈ ਮੈਂ ਯਾਦ ਰੱਖਿਆ ਜਾਵਾਂਗਾ, ਉਹ ਹਿਸਟਰੀ ਆਫ ਦਾ ਸਿੱਖਸ। ਜੀ। ਔਰ ਹਿਸਟਰੀ ਆਫ ਦਾ ਸਿੱਖਸ ਦਾ ਪ੍ਰੋਜੈਕਟ ਅਮਰੀਕਾ ਦੇ ਵਿੱਚ ਫੋਰਡ ਫਾਊਂਡੇਸ਼ਨ ਨੇ ਫੰਡ ਕੀਤਾ ਜੀ। ਔਰ ਉਹਦੇ ਥੱਲੇ ਉਹ ਲਗਭਗ ਮੇਰਾ ਖਿਆਲ ਹੈ ਵੀ 2 ਜਾਂ 2.5 ਸਾਲ ਦਾ ਉਹ ਪ੍ਰੋਜੈਕਟ ਸੀ। ਆਪਣੇ ਵਾਸ਼ਿੰਗਟਨ ਦੇ ਵਿੱਚ ਹੁਣ ਉਹ ਵੀ ਚੜ੍ਹਾਈ ਕਰ ਚੁੱਕੇ ਨੇ, ਡਾਕਟਰ ਸੁਰਜੀਤ ਕੌਰ ਸਨ, ਸਾਈਕੋਲੋਜਿਸਟ ਸਨ, ਜੀ ਜੀ, ਜਿਨ੍ਹਾਂ ਨੇ ਉਸ ਪ੍ਰੋਜੈਕਟ ਦੇ ਵਿੱਚ ਜਿਹੜਾ ਉਹਨਾਂ ਨੂੰ ਅਸਿਸਟ ਕੀਤਾ ਸੀ ਖੁਸ਼ਵੰਤ ਸਿੰਘ ਨੂੰ। ਸੋ ਖੁਸ਼ਵੰਤ ਸਿੰਘ ਨਾਲ ਉਹਨਾਂ ਦਾ ਬੜਾ ਨੇੜਲਾ ਜਜ਼ਬਾਤੀ ਰਿਸ਼ਤਾ ਸੀ ਔਰ ਅਕਸਰ ਕੁਝ ਗੱਲਾਂ ਉਸ ਪੀਰੀਅਡ ਦੀਆਂ ਉਹ ਸ਼ੇਅਰ ਵੀ ਕਰਦੇ ਸਨ। ਜੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਜਿਹੜਾ ਉਹਨਾਂ ਦਾ ਪ੍ਰੋਜੈਕਟ ਸੀ ਹਿਸਟਰੀ ਆਫ ਦਾ ਸਿੱਖਸ ਫੋਰਡ ਫਾਊਂਡੇਸ਼ਨ ਦਾ, ਉਹਦੇ ਨਾਲ ਕਾਫੀ ਹੱਦ ਤੱਕ ਜਿਹੜੀ ਸਿੱਖ ਹਿਸਟਰੀ ਦੀ ਗੱਲ ਹੈ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚੀ, ਉਸ ਦੀ ਰੈਕਗਨੀਸ਼ਨ ਵੀ ਹੋਈ ਔਰ ਉਸਨੇ ਇਹ ਮੰਨਿਆ ਸੀ ਕਿ ਮੈਨੂੰ ਹਮੇਸ਼ਾ ਇਸ ਦੇ ਲਈ ਯਾਦ ਰੱਖਿਆ ਜਾਏਗਾ, ਹਿਸਟਰੀ ਆਫ ਦਾ ਸਿੱਖਸ ਲਈ। ਜੀ। ਬਾਕੀ ਉਹ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਤੱਕ ਐਕਟਿਵ ਰਹੇ, 2-3 ਹਫ਼ਤੇ ਸ਼ਾਇਦ ਪਹਿਲਾਂ ਤੱਕ ਵੀ ਉਹਨਾਂ ਦੀਆਂ ਲਿਖਤਾਂ ਛਪਦੀਆਂ ਰਹੀਆਂ। ਜੀ। ਹੁਣ ਜਿਹੜੀ ਗੱਲ ਸਿੱਖ ਨੁਕਤਾ ਨਿਗਾਹ ਤੋਂ ਮੈਂ ਸਮਝਦਾ ਹਾਂ ਕਿ ਅਸੀਂ ਹੁਣ ਹਿਸਟਰੀ ਆਫ ਦਾ ਸਿੱਖਸ ਦਾ ਜਦੋਂ ਓਰੀਜਨਲ ਵੋਲੀਅਮ ਛਪਿਆ ਪਹਿਲਾ, ਜੀ, ਜਿਹਦੀ ਕਾਪੀ ਮੈਂ ਡਾਕਟਰ ਸੁਰਜੀਤ ਕੌਰ ਉਹਨਾਂ ਦੇ ਘਰ ਵੀ ਦੇਖੀ ਸੀ, ਉਹਦੇ 'ਚ ਉਹਨਾਂ ਨੇ ਜਿਹੜੇ ਲਾਸਟ ਦੇ ਵਿੱਚ ਇਹ ਕਨਕਲੂਡ ਕੀਤਾ ਸੀ ਕਿ ਜੇ ਭਾਰਤ ਦੇ ਨਕਸ਼ੇ ਵਿੱਚ ਸਿੱਖਾਂ ਦੇ ਕੋਲ ਆਪਣਾ ਆਟੋਨੋਮਸ ਸਿੱਖ ਹੋਮਲੈਂਡ ਨਹੀਂ ਹੋਏਗਾ ਤੇ ਫਿਰ ਜਿਹੜਾ ਸਿੱਖ ਧਰਮ ਇਸ ਨਕਸ਼ੇ ਦੇ ਵਿੱਚ ਨਹੀਂ ਸਰਵਾਈਵ ਕਰੇਗਾ ਔਰ ਉਹ ਅਲੋਪ ਹੋ ਜਾਏਗਾ। ਜੀ। ਔਰ ਇਹ ਗੱਲ ਨਾ ਸਿਰਫ ਉਸ ਕਿਤਾਬ ਦੇ ਵਿੱਚ ਲਿਖੀ, ਜਦੋਂ ਮੈਨੂੰ ਯਾਦ ਹੈ ਕਿ ਅਸੀਂ ਤਾਂ ਬਹੁਤ ਛੋਟੇ ਐਜ਼ ਅ ਸਟੂਡੈਂਟ ਮੈਨੂੰ ਪੜ੍ਹਨ ਦਾ ਸ਼ੌਕ ਸੀ, ਇਲਸਟ੍ਰੇਟਡ ਵੀਕਲੀ ਵੀ। ਜੀ। ਤੇ ਉਸ ਜ਼ਮਾਨੇ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਅਲੱਗ-ਅਲੱਗ ਧਰਮਾਂ ਦੇ ਉੱਤੇ ਐਡੀਸ਼ਨ ਛਾਪੇ ਇਲਸਟ੍ਰੇਟਡ ਵੀਕਲੀ ਦੇ, ਤੇ ਸਿੱਖਾਂ ਦੇ ਉੱਤੇ ਸੀ ਉਹਦਾ ਟਾਈਟਲ ਸੀ ਦਾ ਸਿੱਖਸ ਔਨ ਦਾ ਕ੍ਰਾਸ ਰੋਡਸ। ਜੀ। ਔਰ ਉਹਦਾ ਟਾਈਟਲ ਸੀ ਉਸ ਵੀਕ ਦੀ ਵੀਕਲੀ ਦਾ ਔਰ ਉਹਦੇ 'ਚ ਉਹਨੇ ਖੁਸ਼ਵੰਤ ਸਿੰਘ ਨੇ ਪ੍ਰੈਡਿਕਟ ਕੀਤਾ ਸੀ ਕਿ ਜਿਸ ਤੇਜ਼ੀ ਦੇ ਨਾਲ ਸਿੱਖਾਂ ਦਾ ਪਤਨ ਹੋ ਰਿਹਾ, ਇਹ ਸ਼ਾਇਦ ਲੇਟ 60s ਦੇ ਵਿੱਚ ਦੀ ਗੱਲ ਹੈ ਇਲਸਟ੍ਰੇਟਡ ਵੀਕਲੀ ਦੀ, ਕਿ ਸਿੱਖ ਇਸ ਸਦੀ ਦੇ ਅੰਤ ਤੱਕ ਸਿੱਖ ਭਾਰਤ ਦੇ ਨਕਸ਼ੇ ਵਿੱਚੋਂ ਖਤਮ ਹੋ ਜਾਣਗੇ। ਕਈ ਥਾਂ ਤੇ ਉਹ ਜੋਕ ਦੇ ਨਾਲ ਇਹ ਵੀ ਲਿਖਦਾ ਸੀ ਕਿ ਜੀ ਫਿਰ ਤਾਂ ਸਿੱਖਾਂ ਦੇ ਤਾਂ ਮਾਡਲ ਬਣਾ ਕੇ ਮਿਊਜ਼ੀਅਮ 'ਚ ਹੀ ਰੱਖੇ ਹੋਣਗੇ। ਜੀ। ਸੋ ਖੁਸ਼ਵੰਤ ਸਿੰਘ ਨੇ 20ਵੀਂ ਸਦੀ ਦਾ ਐਂਡ ਵੀ ਦੇਖਿਆ, ਜਿਹੜੀ ਉਹਦੀ ਪ੍ਰੈਡਿਕਸ਼ਨ ਸੀ ਕਿ ਜੀ ਸਿੱਖ ਖਤਮ ਹੋ ਜਾਣਗੇ। ਸੋ ਉਹ ਮਰਨ ਤੋਂ ਪਹਿਲਾਂ ਉਹਨੂੰ ਇਸ ਗੱਲ ਦਾ ਜ਼ਰੂਰ ਅਹਿਸਾਸ ਹੋ ਗਿਆ ਕਿ ਵੀ ਇਹ ਜਿਹੜੀ ਸਿੱਖੀ ਹੈ ਨਾ ਇਹਨੂੰ ਕੋਈ ਪਹਿਲਾਂ ਮਾਰ ਸਕਿਆ ਨਾ ਇਹਨੇ ਮਰਨਾ ਹੈ। ਜੀ। ਇਹਦੇ ਬਾਵਜੂਦ ਕਿ ਘੱਲੂਘਾਰੇ ਵਰਤਾਏ ਗਏ, ਜ਼ੁਲਮ ਹੋਏ, ਅੱਜ 21ਵੀਂ ਸਦੀ ਦੇ ਵਿੱਚ ਸਿੱਖ ਧਰਮ ਦੁਨੀਆ ਦਾ ਸਭ ਤੋਂ ਵੱਡਾ 5ਵਾਂ ਧਰਮ ਬਣ ਕੇ 30 ਮਿਲੀਅਨ ਦੀ ਗਿਣਤੀ ਦੇ ਵਿੱਚ ਦੁਨੀਆ ਦੇ ਵਿੱਚ ਸਰਵਾਈਵ ਕਰ ਰਿਹਾ। ਸੋ ਇਸ ਪੱਖ ਤੋਂ ਖੁਸ਼ਵੰਤ ਸਿੰਘ ਜਿਹੜਾ ਹੈ ਉਹ ਗਲਤ ਸਾਬਤ ਹੋਇਆ। ਜੀ। ਪਰ ਜਿਹੜੀ ਗੱਲ ਮੈਂ ਥੋੜੀ ਜਿਹੀ ਜਿਸ ਨੂੰ ਇੰਟੈਲੈਕਚੁਅਲ ਡਿਸਓਨੈਸਟੀ ਵੀ ਮੈਂ ਕਹਾਂਗਾ ਕਿ ਲੇਟਰ ਔਨ ਜਿਹੜੇ ਉਹਦੇ ਪਹਿਲੇ ਹੀ ਉਸ ਕਿਤਾਬ ਦੇ ਵਿੱਚ ਇਹ ਕੱਢਿਆ ਕਨਕਲੂਜਨ ਸੀ ਕਿ ਸਿੱਖ ਹੋਮਲੈਂਡ ਤੋਂ ਬਿਨਾਂ ਸਿੱਖ ਸਰਵਾਈਵ ਨਹੀਂ ਕਰਨਗੇ। ਜਿਹੜੇ ਐਡੀਸ਼ਨ ਫਿਰ 80s ਤੋਂ ਬਾਅਦ ਆਏ, ਜਿਹਦੇ 'ਚ ਕਿ ਉਹਨੇ, ਮੈਂ ਲੇਟੈਸਟ ਦਾ ਉਹਦਾ ਵੋਲੀਅਮ ਨਹੀਂ ਦੇਖਿਆ ਹਿਸਟਰੀ ਆਫ ਦਾ ਸਿੱਖਸ, ਪਰ ਮੈਂ ਕਿਤੇ ਰਿਵਿਊ ਦੇਖੇ
ਕਿ ਉਹਨੇ ਫਿਰ 84 ਔਰ ਉਸ ਪੀਰੀਅਡ ਦਾ ਜਿਹੜਾ ਬਹੁਤ ਸਾਰਾ ਨੈਗੇਟਿਵ ਪਾਰਟ ਸੰਤ ਭਿੰਡਰਾਂ ਵਾਲਿਆਂ ਜਾਂ ਸਿੱਖ ਮਿਲੀਟੈਂਸੀ ਦੇ ਖਾਤੇ 'ਚ ਪਾਇਆ ਹੈ। ਪਰ ਉਹ ਜਿਹੜਾ ਪਾਰਟ ਸੀ ਕਿ ਸਿੱਖ ਸਰਵਾਈਵ ਨਹੀਂ ਕਰਨਗੇ ਜੇ ਉਹਨਾਂ ਕੋਲ ਹੋਮਲੈਂਡ ਨਹੀਂ ਹੁੰਦਾ, ਉਹ ਬਾਕੀ ਐਡੀਸ਼ਨਸ 'ਚੋਂ ਕੱਢ ਦਿੱਤਾ ਗਿਆ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਡਿਸਓਨੈਸਟ ਪਾਰਟ ਹੈ ਇੰਟੈਲੈਕਟ ਦੇ ਪੱਖ ਤੋਂ। ਦੂਸਰੀ ਗੱਲ ਅਸੀਂ ਦੇਖਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਇੱਕ ਜਿਹਦਾ ਮੈਂ ਆਈ ਵਿਟਨੈਸ ਹੈ ਜੀ ਕਿ ਜਦੋਂ ਧਰਮਯੁੱਧ ਮੋਰਚਾ ਚੱਲ ਰਿਹਾ ਸੀ, ਸ਼ਾਇਦ 83 ਦਾ ਜ਼ਿਕਰ ਹੋਏਗਾ, ਉਦੋਂ ਕਿਉਂਕਿ ਉੱਥੋਂ ਦਾ ਪੈਟਰਨ ਸੀ, ਜਥੇ ਆਉਂਦੇ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਉਹ ਠਹਿਰਦੇ ਸੀ ਗੁਰੂ ਰਾਮਦਾਸ ਸਰਾਂ, ਫਿਰ ਮੰਜੀ ਸਾਹਿਬ ਦੀਵਾਨ ਸਜਦਾ ਸੀ, ਜਿੰਨੇ ਦਾ ਵੀ ਜਥਾ ਜਾਣਾ ਸਭ ਤੋਂ ਵੱਡੇ ਜਥੇ 5000 ਦੇ ਸੀ, ਛੋਟੇ ਕੋ 500 ਦਾ ਸੀ। ਤੇ ਜਿਸ ਦਿਨ ਜਨਰਲ ਸੁਬੇਗ ਸਿੰਘ ਜਿਹੜੇ ਬਾਅਦ ਦੇ ਵਿੱਚ ਜੂਝ ਕੇ ਸ਼ਹੀਦ ਹੋਏ, ਉਹਨਾਂ ਨੇ ਧਰਮਯੁੱਧ ਮੋਰਚੇ ਦੇ ਲਈ ਜਥਾ ਲੈ ਕੇ ਜਾਣਾ ਸੀ, 500 ਦਾ ਜਾਂ 1000 ਦਾ ਮੈਨੂੰ ਯਾਦ ਨਹੀਂ ਹੈ ਨੰਬਰ ਜੀ। ਉਸ ਦਿਨ ਸੈਯਦ ਅਬਦੁੱਲਾ ਬੁਖਾਰੀ ਜਿਹੜੇ ਸ਼ਾਹੀ ਇਮਾਮ ਜਾਮਾ ਮਸਜਿਦ ਦੇ ਸਨ, ਉਹ ਵੀ ਉੱਥੇ ਆਏ ਹੋਏ ਸਨ, ਔਰ ਖੁਸ਼ਵੰਤ ਸਿੰਘ ਵੀ ਜਿਹੜਾ ਉਸ ਦੀਵਾਨ ਦੇ ਵਿੱਚ ਆਇਆ ਹੋਇਆ ਸੀ, ਕਿਉਂਕਿ ਉਹਨੂੰ ਕਵਰ ਕਰਨ ਆਇਆ ਸੀ, ਇਵੈਂਟ ਨੂੰ ਜਾਂ ਦੇਖਣ ਆਇਆ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸੰਤ ਭਿੰਡਰਾਂ ਵਾਲਿਆਂ ਨੇ, ਕਿਉਂਕਿ ਖੁਸ਼ਵੰਤ ਸਿੰਘ ਵਿਸਕੀ ਦਾ ਸ਼ੌਕੀਨ, ਔਰ ਇਸ ਗੱਲ ਦੇ ਉੱਤੇ ਉਹ ਬ੍ਰੈਗ ਵੀ ਕਰਦੇ ਜੀ, ਇਸ ਨੂੰ ਸੰਬੋਧਨ ਕਰਕੇ ਜਿਹੜਾ ਹੈ ਉਹ ਇਸ ਗੱਲ ਨੂੰ ਚੈਲੰਜ ਕੀਤਾ ਸੀ ਨੇ, ਕਿਉਂਕਿ ਉਸ ਤੋਂ ਪਹਿਲਾਂ ਖੁਸ਼ਵੰਤ ਸਿੰਘ ਦੀਆਂ ਲਿਖਤਾਂ ਤਾਂ ਸਾਹਮਣੇ ਆ ਹੀ ਰਹੀਆਂ ਸਨ ਕਿ ਕਿਵੇਂ ਉਹ ਇਸ ਸਾਰੀ ਐਜੀਟੇਸ਼ਨ ਨੂੰ ਅਪੋਜ਼ ਕਰ ਰਿਹਾ। ਹਾਲਾਂਕਿ ਇੱਕ ਪਾਰਟ ਜਿਹੜਾ ਮੈਂ ਮਿਸ ਕੀਤਾ ਹੈ ਹਿਸਟਰੀ ਆਫ ਦਾ ਸਿੱਖਸ ਤੋਂ ਇਲਾਵਾ, ਈਵਨ 60s ਤੋਂ ਪਹਿਲਾਂ, ਕਿਉਂਕਿ ਖੁਸ਼ਵੰਤ ਸਿੰਘ ਦਾ ਪਿਤਾ ਸਰ ਸੋਭਾ ਸਿੰਘ ਇਹ ਮਾਸਟਰ ਤਾਰਾ ਸਿੰਘ ਦੇ ਵੀ ਨੇੜੇ ਸੀ ਉਹਨਾਂ ਦੇ, ਕਿਉਂਕਿ ਇਹ ਸਾਰੀਆਂ ਜਿਹੜੀ ਉਹਨਾਂ ਦਾ ਫਾਦਰ ਸਰ ਸੁਜਾਨ ਸਿੰਘ, ਇਹ ਬੇਸ਼ੱਕ ਅੰਗਰੇਜ਼ਾਂ ਦੇ ਹੀ ਜਿਹੜੇ ਨੇ ਉਹ ਪਾਣੀ ਭਰਨ ਵਾਲੇ ਸਨ, ਇਸ ਲਈ ਸਰ ਦਾ ਖਿਤਾਬ ਇਹਨਾਂ ਸਾਰਿਆਂ ਨੂੰ ਮਿਲਿਆ ਹੋਇਆ ਸੀ। ਨਵੀਂ ਦਿੱਲੀ ਜਿੱਥੇ ਉਹਨਾਂ ਦਾ ਘਰ ਸੀ ਜਾਂ ਜਿੱਥੇ ਡੈਥ ਹੋਈ, ਸਰ ਸੁਜਾਨ ਸਿੰਘ ਪਾਰਕ ਅਪਾਰਟਮੈਂਟ ਏਰੀਆ ਉਹਨਾਂ ਦੇ ਦਾਦੇ ਦੇ ਨਾਂ ਤੇ ਸੀ। ਔਰ ਇਹਦੇ 'ਚ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਜਦੋਂ ਮਾਸਟਰ ਤਾਰਾ ਸਿੰਘ ਨੇ 1961 ਦੇ ਵਿੱਚ ਮਰਨ ਵਰਤ ਰੱਖਿਆ ਪੰਜਾਬੀ ਸੂਬੇ ਦੇ ਲਈ, ਉਦੋਂ ਵੀ ਖੁਸ਼ਵੰਤ ਸਿੰਘ ਬਾਹਰਲੇ ਕੋਰਸਪੋਂਡੈਂਟਸ ਨੂੰ ਲੈ ਕੇ ਅੰਮ੍ਰਿਤਸਰ ਜਾਣਾ ਜਾਂ ਮਾਸਟਰ ਤਾਰਾ ਸਿੰਘ ਦੀਆਂ ਜਿਹੜੀਆਂ ਉਸ ਪੀਰੀਅਡ 'ਚ ਉਹਨਾਂ ਦੇ ਨਾਲ ਪ੍ਰੈਸ ਮਿਲਣੀਆਂ ਨੇ, ਉਹ ਵੀ ਕਰਦਾ ਰਿਹਾ। ਸੋ ਇਹ ਨਹੀਂ ਹੈ ਕਿ ਵੀ ਖੁਸ਼ਵੰਤ ਸਿੰਘ ਨੂੰ ਕੋਈ ਇਸ ਦਾ ਪਤਾ ਨਹੀਂ ਸੀ ਵੀ ਸਿੱਖ ਅਹਿਸਾਸ ਕੀ ਨੇ, ਸਿੱਖ ਮੰਗਾਂ ਕੀ ਨੇ। ਜੇ ਉਹਦਾ ਆਪਣਾ ਕਨਕਲੂਜਨ ਸਿੱਖ ਹੋਮਲੈਂਡ ਦਾ ਸੀ, ਮਾਸਟਰ ਤਾਰਾ ਸਿੰਘ ਦੀਆਂ ਪ੍ਰੈਸ ਕਾਨਫਰੰਸਿਸ ਆਰਗੇਨਾਈਜ਼ ਕਰਨ 'ਚ ਔਰ ਇੱਕ ਸਿੰਪੈਥੈਟਿਕ ਨੋਟ ਰੱਖਣ ਦੀ ਗੱਲ ਸੀ। ਪਰ ਜਿਸ ਤਰੀਕੇ ਨਾਲ 80s ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦਾ ਜਾਂ ਪੰਜਾਬ ਦੇ ਵਿੱਚ ਜਿਹੜੀ ਸਿੱਖੀ ਦੀ ਰਿਵਾਈਵਲ ਦੀ ਮੂਵਮੈਂਟ ਸੀ, ਉਹਦਾ ਵਿਰੋਧ ਕਰ ਰਿਹਾ ਸੀ ਖੁਸ਼ਵੰਤ ਸਿੰਘ, ਕਿਉਂਕਿ ਸੰਤ ਭਿੰਡਰਾਂ ਵਾਲੇ ਪੂਰੀ ਖਬਰ ਰੱਖਦੇ ਸਨ ਕਿ ਕੌਣ ਕੀ ਕਹਿੰਦੇ। ਸੋ ਇਹਨਾਂ ਨੇ ਸੰਤਾਂ ਨੇ ਇਹਨੂੰ ਕਾਫੀ ਕਰੜੇ ਹੱਥੀਂ ਲਿਆ ਔਰ ਕਾਫੀ ਸਖਤ ਸ਼ਬਦ ਜਿਹੜੇ ਨੇ ਉਹ ਵਰਤੇ। ਉਸ ਨੂੰ ਉਹ ਕਈ ਵਾਰੀ ਫਿਰ ਬਾਅਦ 'ਚ ਕੋਟ ਵੀ ਕਰਦਾ ਰਿਹਾ ਖੁਸ਼ਵੰਤ ਸਿੰਘ, ਔਰ ਬੜੀ ਨਾ ਪੱਖੀ ਉਹਨੇ ਅਪਰੋਚ ਰੱਖੀ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਫਿਰ ਜਦੋਂ ਸੰਤ ਜੂਝ ਕੇ ਸ਼ਹੀਦ ਹੋਏ ਤਾਂ ਮੈਂ ਇੱਕ BBC ਤੇ ਉਹਨਾਂ ਦਾ ਇੰਟਰਵਿਊ ਦੇਖ ਰਿਹਾ ਸੀ ਖੁਸ਼ਵੰਤ ਸਿੰਘ ਦਾ, ਜਿਹਦੇ 'ਚ ਉਹਨੇ ਕਿਹਾ ਕਿ ਜੀ ਵੀ ਹੀ ਫਾਟ ਲਾਈਕ ਏ ਲਾਇਨ, ਔਰ ਉਹ ਕਈ ਥਾਵਾਂ ਤੇ ਉਹ ਬ੍ਰੌਡਕਾਸਟ ਵੀ ਹੋਇਆ। ਸੋ ਉਹਦਾ ਇਸ ਕਿਸਮ ਦੀ ਅਪਰੋਚ ਜਿਹੜੀ ਹੈ ਹਾਂ ਜਾਂ ਨਾ 'ਚ, ਔਰ ਖ਼ਾਸ ਤੌਰ 'ਤੇ ਜਦੋਂ ਖੁਸ਼ਾਮਦ ਦੇ ਵਿੱਚ ਆਉਣਾ ਹੈ, ਇੱਕ ਪੀਰੀਅਡ ਸੀ ਉਹ ਇੰਦਰਾ ਗਾਂਧੀ ਦੇ ਇੰਨਾ ਕਲੋਜ਼ ਸੀ ਔਰ ਇੰਨਾ ਉਹਦਾ ਖੁਸ਼ਾਮਦੀ ਬਣ ਗਿਆ ਸੀ ਕਿ ਉਸ ਨੂੰ ਜਿਹੜੇ ਉਸ ਵੇਲੇ ਦੇ ਮੀਡੀਆ ਵਾਲੇ ਨੇ ਖੁਸ਼ਾਮਦ ਸਿੰਘ ਲਿਖਦੇ ਸੀ, ਔਰ ਉਹਨੇ ਡਟ ਕੇ ਐਮਰਜੈਂਸੀ ਨੂੰ ਸਪੋਰਟ ਕੀਤਾ। ਜਦੋਂ ਦੁਨੀਆ ਭਰ ਦੇ ਵਿੱਚ ਇਹ ਕੰਡੈਮਨੇਸ਼ਨ ਹੋ ਰਹੀ ਸੀ ਕਿ ਵੀ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟ ਦਿੱਤਾ ਹੈ, ਫੰਡਾਮੈਂਟਲ ਰਾਈਟਸ ਖੋਹ ਲਏ ਨੇ, ਤੇ ਖੁਸ਼ਵੰਤ ਸਿੰਘ ਇੰਦਰਾ ਗਾਂਧੀ ਨੂੰ ਐਡਮਾਇਰ ਕਰ ਰਿਹਾ ਸੀ। ਇਹੀ ਨਹੀਂ, ਜਦੋਂ ਸੰਜੇ ਗਾਂਧੀ ਨੇ ਐਨ ਧੱਕੇਸ਼ਾਹੀ ਦਾ ਰਾਜ ਚਲਾਇਆ ਐਮਰਜੈਂਸੀ ਦੇ ਵਿੱਚ, ਤੇ ਫਿਰ ਉਹ ਸੰਜੇ ਗਾਂਧੀ ਦੀ ਮਾਰੂਤੀ ਕਾਰ ਇੱਕ ਠੱਗ ਜਿਹਾ ਪ੍ਰੋਜੈਕਟ ਉਹਨੇ ਸ਼ੁਰੂ ਕੀਤਾ ਸੀ ਜਾਪਾਨੀਆਂ ਨਾਲ ਮਿਲ ਕੇ, ਉਹਦਾ ਵੀ ਸਪੋਰਟਰ ਬਣਿਆ ਹੋਇਆ ਸੀ। ਜਦੋਂ ਫਿਰ ਇਹਨਾਂ ਦਾ ਫੈਮਿਲੀ ਜਿਹੜੀ ਮੇਨਕਾ ਗਾਂਧੀ ਔਰ ਇੰਦਰਾ ਗਾਂਧੀ ਦਾ ਬ੍ਰੇਕਅਪ ਹੋਇਆ, ਤੇ ਫਿਰ ਉਹ ਮੇਨਕਾ ਦੇ ਨਾਲ ਜਿਹੜੀ ਦੂਰੋਂ ਨੇੜਿਓਂ ਉਹਦੀ ਰਿਸ਼ਤੇਦਾਰ ਵੀ ਸੀ ਆਨੰਦ ਫੈਮਿਲੀ ਦੀ, ਸੋ ਉਹਦਾ ਫਿਰ ਸਪੋਰਟਰ ਬਣਿਆ। ਫਿਰ ਇੰਦਰਾ ਗਾਂਧੀ ਤੋਂ ਕੁਦਰਤੀ ਗੱਲ ਹੈ ਵੀ ਉਹ ਤਾਂ ਚਲੀ ਗਈ 31 ਅਕਤੂਬਰ ਨੂੰ, ਸੋ ਰਾਜ ਸਭਾ ਦਾ ਮੈਂਬਰ ਵੀ ਬਣਿਆ। ਔਰ ਮੈਂ ਜਿਹੜੀ ਗੱਲ ਇਹ ਕਹਿੰਦਾ ਵੀ ਕਿਵੇਂ ਪੂਰਾ ਯੂ ਟਰਨ ਮਾਰਿਆ ਕਿ ਫਿਰ 2007 ਦੇ ਵਿੱਚ ਜਿਸ ਕਿਸਮ ਦੀਆਂ ਸੇਵਾਵਾਂ ਫਿਰ ਉਹਨੇ ਇੰਡੀਅਨ ਸਟੇਟ ਨੂੰ ਦੇਣੀਆਂ ਸ਼ੁਰੂ ਕੀਤੀਆਂ, ਉਹਨੂੰ ਐਡਮਾਇਰ ਕਰਕੇ, ਸਿੱਖਾਂ ਨੂੰ ਕੰਡੈਮ ਕਰਕੇ, ਕਿ ਉਹਨੂੰ ਪਹਿਲਾਂ ਤਾਂ ਪਦਮ ਭੂਸ਼ਣ ਦਿੱਤਾ ਸੀ ਵਾਪਸ ਉਹਨੇ ਜੂਨ 84 'ਚ, ਫਿਰ 2007 ਦੇ ਵਿੱਚ ਉਹਨੂੰ ਪਦਮ ਵਿਭੂਸ਼ਣ ਦਾ ਜਿਹੜਾ ਉਹ ਅਵਾਰਡ ਦਿੱਤਾ ਗਿਆ।
ਗੰਗਾ ਸਿੰਘ ਢਿੱਲੋਂ ਬਾਰੇ, ਦੂਸਰਿਆਂ ਬਾਰੇ ਉਹ ਅਕਸਰ ਜਿਹੜਾ ਹੈ ਉਹ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਨੈਗੇਟਿਵ ਗੱਲਾਂ ਕਰਦਾ ਰਿਹਾ, ਪਰ ਡਾਕਟਰ ਜਗਜੀਤ ਸਿੰਘ ਚੌਹਾਨ ਬਾਰੇ ਉਹਨੇ ਇੱਕ ਬਹੁਤ ਨੈਗੇਟਿਵ ਲੇਖ ਉਹਦੇ ਪਰਸਨਲ ਬਾਹਰ ਆਉਣ ਬਾਰੇ ਕੁਛ ਐਸਾ ਊਟ ਪਟਾਂਗ ਵੀ ਲਿਖਿਆ। ਔਰ ਡਾਕਟਰ ਜਗਜੀਤ ਸਿੰਘ ਚੌਹਾਨ ਉਹਨੂੰ ਕੋਰਟ 'ਚ ਲੈ ਗਿਆ, ਖੁਸ਼ਵੰਤ ਸਿੰਘ ਨੂੰ। ਇੰਗਲੈਂਡ ਦੀ ਅਦਾਲਤ ਦੇ ਵਿੱਚ ਲੰਬਾ ਮੁਕੱਦਮਾ ਚੱਲਿਆ ਔਰ ਉਹਦੇ 'ਚ ਖੁਸ਼ਵੰਤ ਸਿੰਘ ਹਾਰਿਆ, ਔਰ ਬੇਸ਼ੱਕ ਉਹਦੇ 'ਚ ਕੋਈ ਉਹਨੂੰ ਮੁਆਵਜ਼ੇ ਤਾਂ ਨਹੀਂ ਮਿਲਿਆ। ਉਹਦੇ 'ਚ 1 ਪੈਨੀ, 1 ਪੈਨੀ ਜਿਹੜੀ ਹੈ ਉਹਨੂੰ ਕਿਹਾ ਖੁਸ਼ਵੰਤ ਸਿੰਘ ਨੂੰ ਕਿ ਤੂੰ ਉਹਨੂੰ ਦੇਣੀ ਹੈ ਜਗਜੀਤ ਸਿੰਘ ਚੌਹਾਨ ਨੂੰ। ਸੋ ਇਹ ਇੱਕ ਸਿੰਬੋਲਿਕ ਹੁੰਦਾ ਹੈ ਕਿ ਵੀ ਕੇਸ ਜਿਹੜਾ ਹੈ ਉਹ ਜਗਜੀਤ ਸਿੰਘ ਚੌਹਾਨ ਦੇ ਹੱਕ 'ਚ ਹੋਇਆ। ਫਿਰ ਉਹਨੇ ਇੱਕ ਲੰਬਾ ਚੌੜਾ ਆਰਟੀਕਲ ਲਿਖਿਆ ਖੁਸ਼ਵੰਤ ਸਿੰਘ ਨੇ ਕਿ ਜੀ ਆਈ ਓ 1 ਪੈਨੀ ਟੂ ਜਗਜੀਤ ਸਿੰਘ ਚੌਹਾਨ। ਉਹਨੇ ਫਿਰ ਇਹ 2-3 ਖਾਲਿਸਤਾਨੀ ਲੀਡਰਾਂ ਦੇ ਨਾਂ ਲਿਖ ਕੇ ਕਿਹਾ ਜੀ ਆਈ ਚੈਲੰਜ ਦੈਮ, ਕਿ ਉਹ ਖਾਲਿਸਤਾਨ ਦੀ ਗੱਲ ਕਰਦੇ ਨੇ, ਮੈਨੂੰ ਦੱਸਣ ਖਾਲਿਸਤਾਨ ਦੀ ਬਾਉਂਡਰੀ ਕੀ ਹੋਏਗੀ, ਖਾਲਿਸਤਾਨ ਦਾ ਕਾਨਸੈਪਟ ਕੀ ਆ, ਔਰ ਦਿਸ ਦੈਟ, ਬੜਾ ਨੈਗੇਟਿਵਲੀ। ਉਹਨਾਂ ਲੀਡਰਾਂ ਨੇ ਤਾਂ ਕਿਸੇ ਨੇ ਰਿਸਪੌਂਡ ਨਹੀਂ ਕੀਤਾ। ਅਸੀਂ ਉਸ ਗੱਲ ਨੂੰ, ਇਹ ਸ਼ਾਇਦ 2002 ਜਾਂ 2003 ਦੀ ਗੱਲ ਹੈ, ਅਸੀਂ ਨੈਸ਼ਨਲ ਪ੍ਰੈਸ ਬਿਲਡਿੰਗ, ਸਾਡਾ ਆਫਿਸ ਹੈ ਖਾਲਿਸਤਾਨ ਅਫੇਅਰ ਸੈਂਟਰ, ਉੱਥੋਂ ਅਸੀਂ ਪੂਰੀ ਫਾਰਮਲ ਪ੍ਰੈਸ ਰਿਲੀਜ਼ ਜਿਹਨੂੰ ਪੂਰੇ ਮੀਡੀਆ ਦੇ ਵਿੱਚ ਵੀ ਪਬਲਿਸ਼ ਕੀਤਾ ਗਿਆ, ਔਰ ਇਹਨਾਂ ਦੇ ਜਿਹੜੇ 2-3 ਦੋਸਤ ਖੁਸ਼ਵੰਤ ਸਿੰਘ ਦੇ ਪਾਕਿਸਤਾਨ 'ਚ ਪੱਤਰਕਾਰ ਸੀ, ਉਹਨਾਂ ਦੇ ਨਾਲ ਵੀ ਸੰਪਰਕ ਕੀਤਾ। ਅਸੀਂ ਕਿਹਾ ਜੀ ਇਹਦੇ 'ਤੇ ਓਪਨ ਡਿਬੇਟ ਕਰ ਲਓ। ਖੁਸ਼ਵੰਤ ਸਿੰਘ ਨੂੰ ਕਿਹਾ ਵੀ ਤੇਰਾ ਅਸੀਂ 에ਅਰ ਫੇਅਰ A ਕਲਾਸ ਹੋਟਲ 'ਚ ਰਹਿਣ ਦਾ ਪ੍ਰਬੰਧ ਵਾਸ਼ਿੰਗਟਨ 'ਚ ਕਰਾਂਗੇ, ਨੈਸ਼ਨਲ ਪ੍ਰੈਸ ਕਲੱਬ 'ਚ ਆਪਣੇ 5 ਜੱਜ ਬਣਾ ਲਓ, ਪਾਕਿਸਤਾਨ ਔਰ ਦੂਜੇ 2 ਉਧਰੋਂ ਲੈ ਲਓ, 2 ਇੱਧਰੋਂ, 1 ਅੱਧਾ, ਔਰ ਜੇ ਤੁਹਾਨੂੰ ਇਹ ਲੱਗਦਾ ਵੀ ਖਾਲਿਸਤਾਨ ਦੀ ਡਿਬੇਟ ਨਾਲ ਤੂੰ ਕਨਵਿੰਸ ਹੋ ਸਕਦੇ ਹੋ ਤੁਸੀਂ, ਤੇ ਅਸੀਂ ਇਸ ਡਿਬੇਟ ਲਈ ਤਿਆਰ ਹਾਂ। ਔਰ ਉਹ ਅਸੀਂ ਈਵਨ ਰਜਿਸਟਰਡ ਲੈਟਰ ਦੇ ਤੌਰ 'ਤੇ ਉਹਨਾਂ ਦੇ ਘਰ ਤੱਕ ਵੀ ਪਹੁੰਚਾਇਆ, ਪਰ ਕਦੇ ਵੀ ਖੁਸ਼ਵੰਤ ਸਿੰਘ ਨੇ ਉਹਨੂੰ ਰਿਸਪੌਂਡ ਨਹੀਂ ਕੀਤਾ। ਸੋ ਇਹ ਜਿਹੜਾ ਉਹਦਾ ਪਾਰਟ ਹੈ, ਜਿਹੜਾ ਬਾਅਦ ਦੇ ਵਿੱਚ ਈਵਨ ਧਰਮ ਤੋਂ ਵੀ ਬੇਮੁਖਤਾ, ਉਹਨੇ ਕਿਤੇ ਕਿਹਾ ਜੀ ਆਈ ਐਮ ਏ ਸਿੱਖ ਬਾਈ ਐਕਸੀਡੈਂਟ, ਕਿ ਵੀ ਮੈਂ ਤਾਂ ਏਥੀਇਸਟ ਹੈ ਜਾਂ ਐਗਨੋਸਟਿਕ ਹੈ, ਮੇਰਾ ਕੋਈ ਯਕੀਨ ਨਹੀਂ ਹੈ। ਸੋ ਬਾਕੀ ਜਿਹੜਾ ਜਦੋਂ ਤੁਸੀਂ ਪਰਿਵਾਰਕ ਹਿਸਟਰੀ ਦੀ ਗੱਲ ਕਰਦੇ ਹੋ, ਸਰ ਸੋਭਾ ਸਿੰਘ ਜਿਹੜਾ ਇਹਨਾਂ ਦਾ ਪਿਤਾ, ਜਦੋਂ ਸ਼ਹੀਦ ਭਗਤ ਸਿੰਘ ਨੇ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟੇ ਧੂਏ ਵਾਲੇ, ਔਰ ਉੱਥੇ ਹੀ ਗ੍ਰਿਫਤਾਰ ਹੋਏ ਕਿਉਂਕਿ ਭੱਜੇ ਨਹੀਂ ਹੋ, ਤੇ ਇਹ ਉਸ ਬਾਲਕਨੀ ਜਿੱਥੋਂ ਕਿ ਉਹ ਸੁੱਟੇ ਗਏ, ਪਰਚੇ ਵੀ ਲੀਫਲੈਟ ਵੀ ਉਹਨਾਂ ਨੇ ਸੁੱਟੇ, ਉਹਦੇ ਜਿਹਨਾਂ ਦਾ ਪਿਤਾ ਸਰ ਸੋਭਾ ਸਿੰਘ ਨੈਕਸਟ ਬੈਠਾ ਹੋਇਆ ਸੀ ਉਸ ਕੁਰਸੀ ਦੇ ਉੱਤੇ, ਉਹਨੇ ਹੀ ਸਭ ਤੋਂ ਪਹਿਲਾਂ ਭਗਤ ਸਿੰਘ ਦੀ ਸ਼ਨਾਖਤ ਵੀ ਕੀਤੀ। ਸੋ ਇਹ ਇਹਨਾਂ ਦੇ ਅਦਰਵਾਈਜ਼ ਤਾਂ ਇਹਦਾ ਸਕਾ ਚਾਚਾ, ਜਿਹਨੂੰ ਸਰਦਾਰ ਬਹਾਦਰ ਦਾ ਟਾਈਟਲ ਦਿੱਤਾ ਸੀ ਅੰਗਰੇਜ਼ਾਂ ਨੇ, ਉੱਜਲ ਸਿੰਘ, ਇਹ 1950 'ਚ ਅਕਾਲੀ ਹੁੰਦਾ ਸੀ, ਅਕਾਲੀ ਬਣਿਆ ਹੋਇਆ ਸੀ, ਪਰ ਜਿਉਂ ਹੀ ਥੋੜ੍ਹਾ ਜਿਹਾ ਦਾਣਾ ਦੂਜੇ ਪਾਸਿਓਂ ਪਿਆ, ਕਾਂਗਰਸ ਦੇ ਖਾਤੇ ਚਲਾ ਗਿਆ। ਬਾਅਦ ਦੇ ਵਿੱਚ ਤਮਿਲਨਾਡੂ ਦਾ ਗਵਰਨਰ ਵੀ ਰਿਹਾ। ਸੋ ਇਹ ਸਾਰੀ ਫੈਮਿਲੀ, ਬੇਸ਼ੱਕ ਕੋਈ ਸ਼ੱਕ ਨਹੀਂ ਹੈ ਕਿ ਜਿਨ੍ਹਾਂ ਨੂੰ ਖਾਨਦਾਨੀ ਰਈਸ ਜਾਂ ਰਈਸ ਕਹਿੰਦੇ ਨੇ, ਉਹਨਾਂ 'ਚੋਂ ਸੀ। ਪਰ ਕੁੱਲ ਮਿਲਾ ਕੇ ਜਿਹੜਾ ਖੁਸ਼ਵੰਤ ਸਿੰਘ ਦਾ ਆਪਣੀ ਕੌਮ ਪ੍ਰਤੀ ਨਜ਼ਰੀਆ ਖਾਸ ਤੌਰ 'ਤੇ ਅਖੀਰਲੇ ਸਾਲਾਂ 'ਚ ਰਿਹਾ, ਜਿਵੇਂ ਉਹ ਸੋ ਕਾਲਡ ਇੰਡੀਅਨ ਸੈਕੂਲਰਿਜ਼ਮ ਦੇ ਖਾਤੇ 'ਚ ਭੁਗਤਦੇ ਆ, ਉਹਨੇ ਸਿੱਖ ਧਰਮ ਨੂੰ, ਹਾਲਾਂਕਿ ਹਾਲਤ ਇਹ ਰਹੇ ਨੇ ਕਿ ਜਦੋਂ 1999 'ਚ 300 ਸਾਲਾ ਸਿਰਜਣਾ ਦਿਵਸ ਅਨੰਦਪੁਰ ਸਾਹਿਬ ਮਨਾਇਆ ਗਿਆ, ਤੇ ਮੈਨੂੰ ਇਨਸਾਈਡ ਇਨਫੋਰਮੇਸ਼ਨ ਹੈ ਕਿ ਖੁਸ਼ਵੰਤ ਸਿੰਘ ਨੇ ਖੁਦ ਅਪਰੋਚ ਕੀਤਾ ਬਾਦਲ ਤੱਕ ਕਿ ਜੀ ਮੈਨੂੰ ਜਿਹੜਾ ਹੈ ਉਹ ਦਿਓ। ਉਹਨਾਂ ਨੇ ਆਨਰ ਕੀਤੇ ਸੀ, ਤਗਮੇ ਦਿੱਤੇ ਸੀ ਖਾਲਸੇ ਦੇ, ਨਿਸ਼ਾਨੇ ਖਾਲਸਾ ਉਹਦਾ ਨਾਂ ਸੀ ਟਾਈਟਲ ਦਾ। ਸੋ ਕਹਿ ਕੇ ਜਿਹੜਾ ਮੰਗ ਕੇ, ਔਰ ਇਹ ਗੱਲ ਚੰਡੀਗੜ੍ਹ 'ਚ ਇੱਕ ਹੈੱਡ ਆਫ ਦਾ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਉਸ ਪੀਰੀਅਡ 'ਚ ਬਾਦਲ ਦੇ ਵੀ ਨੇੜੇ ਸੀ, ਉਹਨਾਂ ਨੇ ਕਿਹਾ ਜੀ ਇਹ ਗੱਲ ਮੈਨੂੰ ਖੁਦ ਬਾਦਲ ਨੇ ਵੀ ਕਹੀ ਹੈ ਕਿ ਖੁਸ਼ਵੰਤ ਸਿੰਘ ਦਾ ਫੋਨ ਆਇਆ ਸੀ, ਉਹਨੇ ਕਿਹਾ ਕਿ ਜੀ ਮੈਂ ਸਿੱਖ, ਪਤਾ ਨਹੀਂ ਮੈਨੂੰ ਕਿਵੇਂ ਹਿਸਟਰੀ 'ਚ ਲੈਣਗੇ, ਮੈਂ ਜੋ ਵੀ ਹੈ, ਪਰ ਮੈਨੂੰ ਇਹ ਜਿਹੜਾ ਹੈ ਨਿਸ਼ਾਨੇ ਖਾਲਸਾ ਅਵਾਰਡ ਜ਼ਰੂਰ ਦਿਓ। ਸੋ ਮੈਂ ਸਮਝਦਾ ਵੀ ਇਸ ਸਭ ਦੇ ਬਾਵਜੂਦ ਇਹ, ਕਿਉਂਕਿ ਸਿੱਖ ਨੁਕਤਾ ਨਿਗਾਹ ਸਾਡਾ ਆਧਾਰ ਹੈ ਕੋਈ ਵੀ ਗੱਲ ਕਰਨ ਦਾ, ਅਸੀਂ ਸਮਝਦੇ ਹਾਂ ਫਿਰ ਵੀ ਜਿਹੜੀ ਉਸ ਦੀ ਕੰਟਰੀਬਿਊਸ਼ਨ ਹੈ ਲਿਟਰੇਚਰ ਦੇ ਵਰਲਡ 'ਚ, ਅੰਗਰੇਜ਼ੀ ਦੇ ਵਿੱਚ ਆਈ ਸ਼ੈਲ ਨਾਟ ਸਿੰਗ ਨਾਈਟਿੰਗੇਲ ਅਗੇਨ, ਇੱਕ ਇਸ ਕਿਸਮ ਦਾ ਉਹਦਾ ਬਰੀਫ ਨਾਵਲ ਕਾਫੀ ਪੋਪੂਲਰ ਰਿਹਾ, ਬਹੁਤ ਸਾਰੀਆਂ ਸ਼ਾਰਟ ਸਟੋਰੀਜ਼, ਨੇਚਰ ਨਾਲ ਸੰਬੰਧਿਤ ਲੇਟੈਸਟ ਜਾਣਕਾਰੀ। ਔਰ ਇਹਦੇ ਔਰ ਮੈਂ ਕਨਕਲੂਜਨ ਦੇ ਵਿੱਚ ਐਡਮਿਟ ਕਰਾਂਗਾ ਕਿ ਭਾਵੇਂ ਮੈਂ ਖੁਸ਼ਵੰਤ ਸਿੰਘ ਨੂੰ ਪਹਿਲੇ ਦਿਨ ਤੋਂ ਹੀ ਖਾਸ ਤੌਰ 'ਤੇ ਜਦੋਂ ਸਿੱਖਾਂ ਪ੍ਰਤੀ ਉਸ ਦੀ ਇਹ ਨੈਗੇਟਿਵ ਅਪਰੋਚ ਸਟਾਰਟ ਹੋਈ, ਇੱਕ ਮਨ ਦੇ ਵਿੱਚ ਹਮੇਸ਼ਾ ਐਂਗਰ ਔਰ ਨੈਗੇਟਿਵਿਟੀ ਰਹੀ, ਲੇਕਿਨ ਇਹਦੇ ਬਾਵਜੂਦ ਉਹਦੀ ਲਿਖਤ ਦੇ ਵਿੱਚ ਇੱਕ ਅਟਰੈਕਸ਼ਨ ਸੀ ਕਿ ਉਹਦਾ ਕਾਲਮ ਪੜ੍ਹਦਾ ਮੈਂ ਵੀ ਸੀ, ਭਾਵੇਂ ਉਸ 'ਚੋਂ ਮੈਂ
ਕੋਈ ਨਾ ਕੋਈ ਫਿਰ ਗੱਲ ਕਰਕੇ ਉਹਦੇ ਤੇ ਕੋਈ ਹੋਰ ਕਮੈਂਟ ਕਿਤੇ ਕਰ ਦਿੰਦਾ ਸੀ ਆਪਣੀ ਲਿਖਤ ਦੇ ਵਿੱਚ। ਜੀ ਪਰ ਉਹਦੀ ਜਿਹੜੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਿਸੇ ਦੀ ਕਾਮਯਾਬੀ ਔਰ ਕਿਸੇ ਦੀ ਪਪੂਲੈਰਿਟੀ ਦਾ ਜਾਂ ਕਿਸੇ ਦੀ ਲਿਖਤ ਦਾ ਜਾਦੂ ਹੁੰਦਾ ਹੈ ਕਿ ਜਿਹਦੇ ਨਾਲ ਤੁਸੀਂ ਸਹਿਮਤ ਨਹੀਂ ਵੀ ਹੋ ਜਾਂ ਜਿਸ ਨੂੰ ਤੁਸੀਂ ਕਿਸੇ ਹੱਦ ਤੱਕ ਦੂਰੀ ਜਿਸ ਤੋਂ ਬਣਾ ਕੇ ਰੱਖਦੇ ਹੋ, ਨਫ਼ਰਤ ਸ਼ਬਦ ਤਾਂ ਮੈਂ ਨਹੀਂ ਕਹਾਂਗਾ, ਉਹਨੂੰ ਵੀ ਤੁਸੀਂ ਜਿਹੜਾ ਹੈ ਉਹ ਵੀ ਤੁਹਾਨੂੰ ਪੜ੍ਹਨਾ ਚਾਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਬਾਕੀ ਤਾਂ ਹੁਣ ਅਸੀਂ ਤਾਂ ਕਹਿ ਨਹੀਂ ਸਕਦੇ ਕਿ ਮਹਾਰਾਜ ਚਰਨਾਂ 'ਚ ਨਿਵਾਸ ਦੇ, ਕਿਉਂਕਿ ਉਹਦੇ ਆਪਣੇ ਕਹਿਣ ਮੁਤਾਬਕ ਉਹਦਾ ਕਿਸੇ ਧਰਮ 'ਚ ਕੋਈ ਵਿਸ਼ਵਾਸ ਨਹੀਂ ਸੀ, ਪਰ ਜਿੱਥੇ ਵੀ ਉਹ ਹੈ, ਜਿਵੇਂ ਵੀ ਉਹਦਾ ਵਿਸ਼ਵਾਸ ਤਾਂ ਹੈ ਨਹੀਂ ਸੀ ਉਹਦਾ ਕੋਈ। ਸੋ ਅਸੀਂ ਇਹੀ ਕਵਾਂਗੇ ਕਿ ਵੀ ਜਿਹੜਾ ਬੰਦਾ ਦੁਨੀਆ ਤੋਂ ਚਲਾ ਗਿਆ, ਉਹਨੇ ਇੱਕ ਚੰਗੀ ਜ਼ਿੰਦਗੀ ਜੀਵੀ, ਉਸ ਨੂੰ ਜਿਹੜਾ ਹੈ ਅਸੀਂ ਆਪਣੇ ਢੰਗ ਦੇ ਨਾਲ ਇਹ ਇੱਕ ਉਹਨੂੰ ਟ੍ਰਿਬਿਊਟ ਕਹਿ ਲਿਆ ਜਾਏ, ਐਨਾਲਿਸਿਸ ਕਹਿ ਲਿਆ ਜਾਏ, ਇਹ ਦੇਣ ਦਾ ਯਤਨ ਕੀਤਾ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।